ਤਾਂ ਜਿਹੜਾ ਬੱਕਰੀ ਪਾਲਣ ਫਾਰਮਿੰਗ ਹੈਗੀ ਆ ਤਾਂ ਉਹਦੇ ਕਿਸਾਨਾਂ ਨੂੰ ਕੀ ਲਾਭ ਨੇ। ਸੋ ਤੁਸੀਂ ਦੇਖ ਰਹੇ ਆ ਕਿ ਕਿੰਨੀਆਂ ਪੜ੍ਹੀਆਂ ਲਿਖੀਆਂ ਬੀਬੀਆਂ ਮੁੰਡੇ ਅੱਜ ਉਹ ਸਾਡੇ ਵਿਚਕਾਰ ਆਏ ਹੋਏ ਨੇ ਇਹ ਟ੍ਰੇਨਿੰਗ ਲੈਣ ਵਾਸਤੇ ਬੱਕਰੀਆਂ। ਬਾਈ ਮੈਂ ਪੁੱਛਣਾ ਚਾਹੂੰਗਾ ਕਿ ਬੱਕਰੀ ਪਾਲਣ ਵੱਲ ਜਿਹੜਾ ਆ ਇੰਟਰਸਟ ਕਿਵੇਂ ਪੈਦਾ ਹੋਇਆ। ਤੁਸੀਂ ਨੌਜਵਾਨ ਮੁੰਡੇ ਅੱਜ ਕੱਲ੍ਹ ਜਿਹੜਾ ਆ ਬਾਹਰ ਜਾਣ ਨੂੰ ਜ਼ਿਆਦਾ ਤਰਜੀਹ ਦੇ ਰਹੇ ਆ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੀ ਕਾਮਯਾਬ ਹੈ ਬਰੀਡ ਹੈ ਬੱਕਰੀ ਦੀ ਉਹ ਬੀਟਲ ਦੀ ਬਰੀਡ ਹੈਗੀ ਆ। ਜਦੋਂ ਆਪਾਂ ਪਸ਼ੂ ਲੈਂਦੇ ਆ ਤਾਂ ਕਿਹੜੀਆਂ ਗੱਲਾਂ ਦਾ ਜਿਹੜਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਧੱਕੜ ਜੱਟਾ ਝੋਟੇ ਰੱਖੇ ਸ਼ਕੀਨਾ ਘੋੜੇ ਦੀ ਭਾਬੀ ਦਿਓਰ ਬਿਨਾ ਕੌਣ ਬੱਕਰੀਆਂ ਮੋੜੇ ਦੀ ਭਾਬੀ ਦਿਓਰ। ਜ਼ਿੰਦਾਬਾਦ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਖੇਤੀ ਦੇ ਨਾਲ ਪੰਜਾਬੀਆਂ ਨੂੰ ਸਹਾਇਕ ਧੰਦੇ ਅਪਣਾਉਣ ਦੀ ਵੀ ਲੋੜ ਹੈ। ਉਦਾਹਰਨ ਪੋਲਟਰੀ ਫਾਰਮ, ਬੱਕਰੀ ਪਾਲਣ ਉਦਯੋਗ, ਮੱਛੀ ਪਾਲਣ ਜਾਂ ਮੱਖੀ ਪਾਲਣ ਫਾਰਮ ਆਦਿ। ਇਸ ਦੌਰਾਨ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਕੇਵਲ ਅਰੋੜਾ ਜੀ, ਜੋ ਕਿ ਅਸਿਸਟੈਂਟ ਡਾਇਰੈਕਟਰ ਪੋਲਟਰੀ ਨੇ ਜ਼ਿਲ੍ਹਾ ਫਰੀਦਕੋਟ ਵਿਖੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਜੀ। ਜ਼ਿੰਦਾਬਾਦ ਚੈਨਲ ਅੱਜ ਤੁਸੀਂ ਸਵਾਬ ਨਾਲ ਆਏ ਹੋ ਅਤੇ ਨਾਲ ਹੀ ਸਾਡੇ ਕੋਲ ਜਿਹੜੇ ਟ੍ਰੇਨਿੰਗ ਵੀ ਆਏ ਆ। ਸੋ ਜਿਹੜੀ ਗੱਲ ਤੁਸੀਂ ਸਹਾਇਕ ਧੰਦਿਆਂ ਦੀ ਗੱਲ ਕੀਤੀ, ਕਦੇ ਉਹ ਜ਼ਮਾਨਾ ਸੀ ਕਿ ਲੋਕਾਂ ਦੇ ਇਹੀ ਧੰਦਾ ਹੀ ਹੁੰਦਾ ਸੀਗਾ। ਉਦੋਂ ਫਸਲ ਬਾੜੀ ਨਹੀਂ ਸੀ ਹੁੰਦੀ। ਅਤੇ ਜੇ ਉਹਦੇ ਬਾਰੇ ਮੈਂ ਗੱਲ ਕਰਾਂ ਕਿ ਮਾਲਵੇ ਦਾ ਖਿੱਤਾ ਕਦੇ ਹੁੰਦਾ ਇਹ ਉਜਾੜ ਸੀ, ਜੰਡ ਵਾਲੇ ਬੇਰੀਆਂ ਤੇ ਰੇਤਾ ਦੇ ਪਹਾੜ ਸੀ, ਕਈ ਤੇ ਕੁਹਾੜੀ ਨਾਲ ਕੀਤੀ ਹੈ ਆਬਾਦ ਭੋਏ, ਸਾਰੇ ਮਿਹਨਤਾਂ ਨੂੰ ਮਿਲੇ ਨੇ ਨਜ਼ਾਰੇ, ਬੇਰੀਆਂ ਬਦਾਮ ਹੁੰਦੀਆਂ ਜੇ ਹੁੰਦੇ ਨਾ ਪਿੰਡਾਂ ਦੇ ਪਾਣੀ ਖਾਰੇ। ਤਾਂ ਮੈਂ ਦੱਸਣਾ ਭੁੱਲ ਗਿਆ ਸੀ, ਇੱਥੇ ਮੈਂ ਇਹ ਵੀ ਦੱਸ ਦਿਆਂ ਕਿ ਡਾਕਟਰ ਸਾਹਿਬ ਲਿਖਦੇ ਵੀ ਬਹੁਤ ਸੋਹਣਾ ਨੇ। ਜਸਵਿੰਦਰ ਭੱਲਾ ਜੀ ਦੇ ਛਣਕਾਟੇ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਨਾਲ ਇਹ ਲਿਖਦੇ ਨੇ, ਉਹਨਾਂ ਦੀ ਟੀਮ ਦੇ ਵਿੱਚ ਨੇ। ਤਾਂ ਪਸ਼ੂ ਧਨ ਮੇਲਿਆਂ ਦੇ ਵਿੱਚ ਵੀ ਇਹ ਐਜ਼ ਆ ਐਂਕਰ ਜਿਹੜਾ ਉੱਥੇ ਹੁੰਦੇ ਨੇ, ਰੋਲ ਨਿਭਾਉਂਦੇ ਨੇ। ਤਾਂ ਇਹਨਾਂ ਨਾਲ ਅਸੀਂ ਇਹਨਾਂ ਦੇ ਜੋ ਕਲਾਮ ਨੇ ਉਹ ਵੀ ਸੁਣਾਂਗੇ ਅੱਜ। ਅਤੇ ਮੈਂ ਚਾਹੂੰਗਾ ਡਾਕਟਰ ਸਾਹਿਬ ਕਿ ਤੁਸੀਂ ਜਿਹੜਾ ਤੁਹਾਡਾ ਫਾਰਮ ਆ ਉਹ ਵੀ ਸਾਨੂੰ ਦਿਖਾਓ। ਜੀ। ਸੋ ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਬੇਰੀਆਂ ਬਦਾਮ ਹੁੰਦੀਆਂ ਜੇ ਹੁੰਦੇ ਨਾ ਪਿੰਡਾਂ ਦੇ ਪਾਣੀ ਖਾਰੇ, ਖਾਰਾ ਪਾਣੀ ਸੀ ਸਾਡੇ ਮਾਲਵੇ ਦਾ। ਨਹਿਰਾਂ ਦੇ ਨਾਲ ਜਿਹੜਾ ਇਹ ਅਸੀਂ ਚਾਹੀ ਜਾਂ ਇਹਨੂੰ ਬਰਾਨੀ ਤੋਂ ਅਸੀਂ ਬਹੁਤ ਵਧੀਆ ਖੇਤ ਬਣਾ ਲਏ, ਕਣਕ ਝੋਨਾ ਕਰ ਲਿਆ। ਜੇ ਬੇਰੀਆਂ ਦੀ ਗੱਲ ਹੋਵੇ ਤਾਂ ਨਾਲ ਬੱਕਰੀਆਂ ਵੀ ਲੋਕਾਂ ਨੇ ਪਾਲੀਆਂ। ਸੋ ਪਹਿਲਾਂ ਬੱਕਰੀਆਂ ਦੇ ਵਕਤ ਚਰਦੇ ਸੀਗੇ, ਪਰ ਹੁਣ ਚਰਾਂਦਾ ਨਹੀਂ ਰਹੀਆਂ। ਜੇ ਚਰਾਂਦਾ ਨਹੀਂ ਰਹੀਆਂ ਅਤੇ ਉਹਦੇ ਨਾਲ ਜਿਹੜਾ ਹੈਗਾ ਲੋਕਾਂ ਨੇ ਜਿਹੜੀਆਂ ਗਊਆਂ ਸੀ, ਮੱਝਾਂ ਸੀ, ਅੱਗੇ ਚਾਰਦੇ ਸੀ, ਉਹ ਫਾਰਮ ਬਣਾ ਲਏ। ਅਤੇ ਸਾਨੂੰ ਫਿਰ ਬੱਕਰੀਆਂ ਦੇ ਵੀ ਫਾਰਮ ਵੱਲ ਆਉਣ ਦੀ ਜਿਹੜੀ ਜ਼ਰੂਰਤ ਪੈ ਗਈ। ਸੋ ਪਰ ਇਹਦੇ ਨਾਲ ਗੱਲ ਇਹ ਆ, ਜਿਵੇਂ ਕਹਿੰਦੇ ਆ ਕਿ ਧੱਕੜ ਜੱਟਾ ਝੋਟੇ ਰੱਖੇ ਸ਼ਕੀਨਾ ਘੋੜੇ ਦੀ ਭਾਬੀ ਦਿਓਰ ਬਿਨਾ ਕੌਣ ਬੱਕਰੀਆਂ ਮੋੜੇ ਦੀ ਭਾਬੀ ਦਿਓਰ ਬਿਨਾ। ਕੀ ਬਾਤ ਹੈ ਜੀ। ਕਿਉਂਕਿ ਜਿੰਨੀ ਦੇਰ ਤੱਕ ਕਿਸੇ ਕਿੱਤੇ ਦੇ 'ਚੋਂ ਸਾਨੂੰ ਕੋਈ ਚੀਜ਼ ਬਚਦੀ ਨਹੀਂ, ਆਰਥਿਕ ਫਾਇਦਾ ਨਹੀਂ ਹੁੰਦਾ ਗਾ, ਉਨੀ ਦੇਰ ਤੱਕ ਕੋਈ ਬੱਕਰੀਆਂ ਨਹੀਂ ਰੱਖੂਗਾ। ਭਾਵੇਂ ਅੱਗੇ ਗੱਲ ਇਹ ਸੀ ਕਿ ਭਾਬੀ ਦੀਆਂ ਬੱਕਰੀਆਂ ਦਿਓਰ ਤਾਂ ਮੋੜਦਾ ਸੀ ਕਿ ਉਹ ਉਹਨੂੰ ਰਿਸ਼ਤਾ ਕਰਾਉਂਦੀ ਸੀ। ਅਤੇ ਹੁਣ ਬੱਕਰੀਆਂ ਤਾਂ ਰੱਖਾਂਗੇ ਜੇ ਇਹਨਾਂ 'ਚੋਂ 4 ਪੈਸੇ ਬਚਣਗੇ ਅਤੇ ਰਿਸ਼ਤੇ ਵੀ ਤਾਂ ਹੋਣਗੇ। ਸੋ ਜਿਹੜਾ ਸਾਡਾ ਮੋੜਾ ਹੈ ਇਹ ਇੱਕ ਬੱਕਰੀਆਂ ਚਾਰਨ ਵਾਲੇ ਤੋਂ ਬੱਕਰੀਆਂ ਦੇ ਫਾਰਮ ਵੱਲੋਂ ਪੈ ਗਿਆ। ਸੋ ਤੁਸੀਂ ਦੇਖ ਰਹੇ ਆ ਕਿ ਕਿੰਨੀਆਂ ਪੜ੍ਹੀਆਂ ਲਿਖੀਆਂ ਬੀਬੀਆਂ ਮੁੰਡੇ ਅੱਜ ਤੁਸੀਂ ਦੇਖੋਗੇ, ਮਿਲੋਗੇ, ਉਹ ਸਾਡੇ ਵਿਚਕਾਰ ਆਏ ਹੋਏ ਨੇ ਇਹ ਟ੍ਰੇਨਿੰਗ ਲੈਣ ਵਾਸਤੇ ਬੱਕਰੀਆਂ ਦੀ। ਤਾਂ ਡਾਕਟਰ ਸਾਹਿਬ ਮੈਂ ਚਾਹੂੰਗਾ ਕਿ ਜ਼ਿਆਦਾ ਦੇਰ ਨਾ ਲੈਂਦਿਆਂ ਕਿ ਜਿਹੜਾ ਤੁਹਾਡਾ ਫਾਰਮ ਆ ਸਾਨੂੰ ਜ਼ਰੂਰ ਦਿਖਾਓ। ਅੱਜ ਵੱਖਰਾ ਸਬੱਬ ਬਣ ਗਿਆ ਤੁਹਾਡੇ ਆਉਣ ਨਾਲ। ਜਿੱਥੇ ਸਾਡੇ ਟ੍ਰੇਨਿੰਗ ਆਏ ਹੋਏ ਆ ਉੱਥੇ ਸਾਡੇ
ਫਰੀਦਕੋਟ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਜੀਵ ਛਾਬੜਾ ਵੀ ਸਾਡੇ ਨਾਲ ਨੇ। ਤਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਅੱਜ ਡਾਕਟਰ ਸਾਹਿਬ ਨੇ ਇਨਵਾਈਟ ਕੀਤਾ ਤੇ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਕਿ ਜਿਹੜੇ ਟ੍ਰੇਨਿੰਗ ਕਰਾ ਰਹੇ ਨੇ, ਇਸ ਟ੍ਰੇਨਿੰਗ ਦਾ ਕਾਫੀ ਬੱਚਿਆਂ ਨੂੰ ਬਹੁਤ ਬੈਨੀਫਿਟ ਹੋਏਗਾ। ਇਹ ਇੱਕ ਤਰ੍ਹਾਂ ਦਾ ਸਹਾਇਕ ਧੰਦੇ ਤੌਰ 'ਤੇ ਵੀ ਬਹੁਤ ਇਫੈਕਟਿਵ ਧੰਦਾ ਹੈ। ਜੇ ਆਪਾਂ ਸਹਾਇਕ ਧੰਦੇ ਤਾਂ ਅਪਣਾਈਏ, ਈਵਨ ਫੁੱਲ ਫਲੈਜ ਧੰਦਾ ਵੀ ਬਣ ਸਕਦਾ ਹੈ ਜੇ ਆਪਾਂ ਕਰੀਏ, ਕਿਉਂਕਿ ਬੱਕਰੀਆਂ ਦੀ ਪ੍ਰੋਲੀਫਰੇਸ਼ਨ ਬਹੁਤ ਜਲਦੀ ਹੁੰਦੀ ਹੈ, ਇਹਨਾਂ ਦੇ ਨੰਬਰ ਬਹੁਤ ਜਲਦੀ ਵੱਧਦੇ ਨੇ। ਤਾਂ ਇੱਕ ਤਰ੍ਹਾਂ ਦੀ ਕੈਸ਼ ਕਰੋਪ ਹੀ ਹੈ, ਤੁਹਾਨੂੰ ਰੈਗੂਲਰ ਇਨਕਮ ਹੁੰਦੀ ਰਹਿੰਦੀ ਹੈ। ਇਸ ਵਾਸਤੇ ਜੱਗ ਸਾਹਿਬ ਨੇ ਜੋ ਟ੍ਰੇਨਿੰਗ ਲਗਾ ਕੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਨੇ, ਤੇ ਇਹਨਾਂ ਦਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਤੇ ਅਸੀਂ ਆਸ਼ਾ ਕਰਦੇ ਹਾਂ ਕਿ ਅੱਗੇ ਤੋਂ ਹੋਰ ਵੀ ਵਧੀਆ ਤੋਂ ਵਧੀਆ ਹੀ ਟ੍ਰੇਨਿੰਗ ਕਰਾਉਣ। ਡਾਕਟਰ ਮਨੋਜ ਜੀ ਆਏ ਨੇ, ਨਵੇਂ ਡਾਕਟਰ ਆਏ ਨੇ, ਬਹੁਤ ਅੱਛੇ ਡਾਕਟਰ ਨੇ, ਬਹੁਤ ਅੱਛੇ ਇਨਸਾਨ ਨੇ। ਇਹ ਵੀ ਸਾਡੀ ਇਹਨਾਂ ਦੇ ਵੱਲੋਂ ਵੀ ਇਹੀ ਆਸ਼ਾ ਹੈ ਕਿ ਇਹ ਡਾਕਟਰ ਸਾਹਿਬ ਤੋਂ ਵੀ ਵਧੀਆ ਚਲਾਉਣ। ਹਾਂ, ਸ਼ੁਕਰੀਆ ਸਰ। ਸਰ ਜਿੱਦਾਂ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਸਹਾਇਕ ਧੰਦੇ ਨਾਲ ਅਪਣਾਉਣ ਦੀ ਲੋੜ ਆ, ਤਾਂ ਜਿਹੜਾ ਬੱਕਰੀ ਪਾਲਣ ਫਾਰਮਿੰਗ ਹੈਗੀ ਆ ਤਾਂ ਉਹਦੇ ਕਿਸਾਨਾਂ ਨੂੰ ਕੀ ਕੀ ਲਾਭ ਨੇ? ਦੇਖੋ ਜੀ, ਜਿਸ ਤਰ੍ਹਾਂ ਗੱਲ ਕੀਤੀ ਕਿ ਆਪਦੇ ਕਿੱਤੇ ਦੇ ਨਾਲ ਇਹ ਕਿੱਤਾ ਸੌਖਾ, ਇਹ ਸਾਡੇ ਕੋਲ ਨਵਾਂ ਕਿੱਤਾ ਨਹੀਂ, ਕਿਉਂਕਿ ਸਾਡਾ ਬਹੁਤ ਪੀੜ੍ਹੀਆਂ ਤੋਂ ਜਿਹੜਾ ਹੈਗਾ, ਜੇ ਵੇਖਿਆ ਜਾਵੇ ਕਿ ਹਜ਼ਾਰਾਂ ਸਾਲਾਂ ਤੋਂ ਲੋਕ ਬੱਕਰੀਆਂ ਨੂੰ ਨਾਲ ਰੱਖਦੇ ਆ ਰਹੇ ਆ। ਦੂਸਰੀ ਗੱਲ ਇਹ ਆ ਕਿ ਹੁਣ ਸਾਡੇ ਕੋਲ ਰੁਜ਼ਗਾਰ ਦੀ ਗੱਲ ਜਿਹੜੀ ਹੈਗੀ ਆ, ਇਹਦੇ 'ਚ ਵੇਖਿਆ ਜਾਵੇ ਤਾਂ ਜਿਹੜੀਆਂ ਬੱਕਰੀਆਂ, ਇੱਕ ਤਾਂ ਜਿਸ ਤਰ੍ਹਾਂ ਹੈਗਾ ਕਿ ਇੱਕ ਸਾਲ ਦੇ ਵਿੱਚ 3 ਤੋਂ 4 ਬੱਚੇ ਆਮ ਤੌਰ 'ਤੇ ਦਿੰਦੀਆਂ, ਵਾਧਾ ਬਹੁਤ ਹੁੰਦਾ। ਦੂਸਰੀ ਗੱਲ ਹੈ ਕਿ ਸਾਨੂੰ ਇਹਨਾਂ ਤੋਂ ਮੀਟ ਮਿਲਦਾ। ਤੀਸਰੀ ਗੱਲ ਹੈ ਕਿ ਨਾਲ ਦੁੱਧ ਮਿਲਦਾ। ਸੋ ਅਸੀਂ ਜਿਵੇਂ ਬਾਕੀ ਜਾਨਵਰ ਪਾਲਦੇ ਹਾਂ, ਉਵੇਂ ਜਿਹੜੇ ਹੁਣ ਇਹਨਾਂ ਨੂੰ ਵਾੜਿਆਂ ਦੇ ਵਿੱਚ ਰੱਖ ਕੇ ਪਾਲ ਸਕਦੇ ਹਾਂ। ਇਸ ਕਰਕੇ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਆਸਾਂ ਨੇ ਕਿ ਲੋਕਾਂ ਨੂੰ ਇਹ ਜਿਹੜਾ ਕਿੱਤਾ ਰੁਜ਼ਗਾਰ ਦੇਵੇਗਾ ਜੀ। ਤਾਂ ਇੱਕ ਗੱਲ ਤੁਸੀਂ ਕਹੀ ਹੈ ਕਿ ਜਿਹੜਾ ਇਹ ਕਿੱਤਾ ਹੈ ਨਾ ਜੀ ਲੋਕਾਂ ਨੂੰ ਰੁਜ਼ਗਾਰ ਦੇਊਗਾ, ਤਾਂ ਉਸ ਦੇ ਨਾਲ ਮੈਂ ਇਹ ਗੱਲ ਜ਼ਰੂਰ ਪੁੱਛਣੀ ਚਾਹੂੰਗਾ ਕਿ ਜਿਹੜੇ ਆਮ ਛੋਟੇ ਵਰਗ ਦੇ ਜਿਹੜੇ ਕਿਸਾਨ ਨੇ, ਤਾਂ ਉਹ ਚਾਹੁੰਦੇ ਨੇ ਵੀ ਜੇ ਬੱਕਰੀ ਉਦਯੋਗ ਜਿਹੜਾ ਲਾਉਣਾ ਚਾਹੁੰਦੇ ਨੇ, ਤਾਂ ਸਰਕਾਰ ਜਿਹੜੀ ਆ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਸਹਾਇਤਾ ਕਰ ਰਹੀ ਆ, ਜਾਂ ਕੀ ਸਬਸਿਡੀ ਜਿਹੜੀ ਆ ਇਹਦੇ 'ਤੇ ਮਿਲ ਰਹੀ ਆ? ਵੇਖੋ ਜੀ, ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਅਸੀਂ ਬੱਚੇ ਲੈਣ ਵਾਸਤੇ ਉਤਸ਼ਾਹਿਤ ਕਰਦੇ ਹਾਂ, ਔਰ 1 ਲੱਖ ਰੁਪਏ ਦਾ ਪੂਰਾ ਲੋਨ ਹੈਗਾ, ਜਿਹਦੇ 'ਚੋਂ ਜਨਰਲ ਵਰਗ ਨੂੰ ਜਿਹੜੀ ਹੈਗੀ 25% ਸਬਸਿਡੀ ਦਿੱਤੀ ਜਾਂਦੀ ਹੈ, ਔਰ 33% ਜਿਹੜੀ ਹੈਗੀ ਹੈ SC ਵਰਗ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਸੋ ਇੱਕ ਵਾਰੀ ਬੰਦੇ ਦੇ ਪੈਰ ਲੱਗ ਜਾਣ ਤਾਂ ਫਿਰ ਆਪੇ ਅੱਗੇ ਤਰੱਕੀ ਕਰ ਲੈਂਦਾ। ਤਾਂ ਸਰ ਵੀ ਜਿਹੜੇ ਕਿੰਨੇ ਪਸ਼ੂਆਂ ਤੋਂ ਜਿਹੜਾ ਫਾਰਮ ਸ਼ੁਰੂ ਕੀਤਾ ਜਾ ਸਕਦਾ? ਦੇਖੋ, ਜਿਹਦੇ ਕੋਲ ਹੋਰ ਕਿੱਤਾ ਉਹ ਤਾਂ ਭਾਵੇਂ 2 ਬੱਕਰੀਆਂ ਰੱਖ ਲਵੇ, 4 ਰੱਖ ਲਵੇ, ਪਰ ਜੇ ਤੁਸੀਂ ਬੱਕਰੀਆਂ ਦੇ ਕਿੱਤੇ 'ਤੇ ਹੀ ਕਰਨਾ ਤਾਂ ਤਕਰੀਬਨ 25-30 ਬੱਕਰੀਆਂ ਜਿਹੜੀਆਂ ਤੁਹਾਡੇ ਕੋਲ ਜਾਂ ਬੱਚੇ ਖਰੀਦ ਕੇ ਤੁਹਾਨੂੰ ਜ਼ਰੂਰ ਸ਼ੁਰੂ ਕਰਨਾ ਚਾਹੀਦਾ। ਇਹ ਇਕਨੋਮਿਕਲ ਹੈ, ਇਹ ਵਾਇਬਲ ਹੈ, ਇਹਦੇ ਨਾਲ ਹੀ ਗੁਜ਼ਾਰਾ ਚੱਲ ਸਕਦਾ। ਤਾਂ ਸਰ ਜਦੋਂ ਆਪਾਂ ਪਸ਼ੂ ਖਰੀਦਦੇ ਹਾਂ ਤਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਕਿਸਮ ਜਿਹੜੀ ਆ ਉਸ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਸਕਦੀ ਹੈ? ਕਿਹੜੀ ਕਿਸਮ ਦੀਆਂ ਬੱਕਰੀਆਂ ਜਿਹੜੀਆਂ ਆ ਲੈਣੀਆਂ ਚਾਹੀਦੀਆਂ ਨੇ? ਦੇਖੋ, ਅਸੀਂ ਪੰਜਾਬ ਦੇ ਵਿੱਚ ਬੇਸ਼ੱਕ ਜਮਨਾਪਰੀ ਵੀ ਹੈ, ਬਰਬਰੀ ਵੀ ਹੈ ਕੁਛ ਥਾਵਾਂ 'ਤੇ, ਪਰ ਸਾਡੀ ਆਪਣੀ ਬਰੀਡ ਆ ਜਿਹਦਾ ਬਹੁਤ ਅੱਛੀ ਪਰਫਾਰਮੈਂਸ ਹੈ, ਅਤੇ ਇਹ ਮੀਟ ਦੇ ਕੰਮ ਵੀ ਆਉਂਦੀ ਹੈ, ਦੁੱਧ ਦੇ ਕੰਮ ਵੀ ਆਉਂਦੀ ਹੈ। ਇਹਨੂੰ ਡਿਊਲ ਪਰਪਸ ਅਸੀਂ ਬਰੀਡ ਕਹਿੰਦੇ ਹਾਂ। ਇਸ ਕਰਕੇ ਇਹ ਬੱਕਰੀ ਦੀ ਜਿਹੜੀ ਅਸੀਂ ਬੀਟਲ ਦੀ ਸਿਫਾਰਿਸ਼ ਕਰਦੇ ਹਾਂ ਕਿ ਪੰਜਾਬ ਦੇ ਲੋਕ ਰੱਖਣ ਜੀ। ਤਾਂ ਸਰ ਉਸ ਦੇ ਨਾਲ ਹੀ ਜਦੋਂ ਆਪਾਂ ਪਸ਼ੂ ਲੈਂਦੇ ਹਾਂ ਤਾਂ ਕਿਹੜੀਆਂ ਗੱਲਾਂ ਦਾ ਜਿਹੜਾ ਖਾਸ ਧਿਆਨ ਰੱਖਣਾ ਚਾਹੀਦਾ? ਵੇਖੋ, ਜਦੋਂ ਤੁਸੀਂ ਪਸ਼ੂ ਲੈਂਦੇ ਆ, ਜੇ ਉਹਦੀ ਮਾਂ ਦੇ ਥੱਲੇ ਦੁੱਧ ਚੰਗਾ, ਉਹਦਾ ਕੱਦ ਕਾਠ ਅੱਛਾ ਹੈਗਾ, ਜਿਹੜੇ ਬੱਚੇ ਆ ਤੁਸੀਂ ਉਹੀ ਲਓ, ਕਿਉਂਕਿ ਉਹੀ ਨਸਲ ਬਣਨੀ ਹੈ। ਫਿਰ ਜਿਹੜੀ ਹੈਗੀ, ਜਿਹੜਾ ਤੁਹਾਡਾ ਵਿੱਚ ਅਸੀਂ ਬੱਕਰਾ ਰੱਖਿਆ, ਉਹ ਵੀ ਚੰਗੀ ਨਸਲ ਦਾ ਹੋਣਾ ਚਾਹੀਦਾ, ਤਾਂ ਕਿ ਉਹ ਉਸੇ ਨੇ ਫਿਰ ਜਿਹੜੀ ਉਹ ਪੀੜ੍ਹੀ ਅੱਗੇ ਵਧਾਉਣੀ ਹੈ, ਉਹੀ ਉਹਨੇ ਤਰੱਕੀ ਕਰਨੀ ਹੈ। ਔਰ ਇੱਕ ਜਿਹੜੀ ਦੂਸਰੀ ਗੱਲ ਆ ਕਿ ਇਨ ਬਰੀਡਿੰਗ ਵਾਸਤੇ ਮੈਂ ਕਹੂੰਗਾ ਕਿ ਸਾਲ ਡੇਢ ਸਾਲ ਬਾਅਦ ਜਿਹੜਾ ਬੱਕਰਾ ਬਦਲ ਲੈਣਾ ਚਾਹੀਦਾ। ਤਾਂ ਤੁਸੀਂ ਬਰੀਡਿੰਗ ਦੀ ਗੱਲ ਕੀਤੀ ਆ, ਤਾਂ ਜਿਹੜਾ ਮੁਨਾਫਾ ਕਿਸਾਨ ਨੂੰ ਹੋਣਾ ਉਹ ਬਰੀਡਿੰਗ ਨਾਲ ਹੁੰਦਾ? ਬਰੀਡਿੰਗ ਦੇ ਵਿੱਚ ਜ਼ਿਆਦਾ ਮੁਨਾਫਾ ਜਾਂ ਵਪਾਰ ਦੇ ਵਿੱਚ? ਦੇਖੋ, ਦੋਵੇਂ ਗੱਲਾਂ ਹੈਗੀਆਂ। ਜਿਹਦੇ ਬੱਚੇ ਵਿਕਦੇ ਆ ਬਰੀਡਿੰਗ ਦੇ ਵਾਲੇ, ਉਹ ਜ਼ਿਆਦਾ ਮੁਨਾਫੇ ਜਾਂਦੇ ਮੈਂ ਦੇਖਿਆ, ਕਿਉਂਕਿ ਉਹਦਾ ਛੋਟਾ ਬੱਚਾ ਜਿਹੜਾ 2-3 ਮਹੀਨਿਆਂ ਦਾ ਨਿਕਲ ਜਾਣਾ, ਉਸ ਤੋਂ ਬਾਅਦ ਉਹਨੇ ਫਿਰ ਬਰੀਡਿੰਗ ਵੱਲ ਧਿਆਨ ਦੇ ਦੇਣਾ, ਅਤੇ ਉਹਦੇ ਪੈਸੇ ਵੀ ਚੰਗੇ ਵਰਤੇ ਜਾਣੇ। ਸੋ ਇਹ ਹਮੇਸ਼ਾ ਹੀ ਹੈ, ਜਿਹਦਾ ਕਣ ਵਿਕਦਾ ਉਹ ਗੰਢਿਆਂ ਨਾਲੋਂ ਜ਼ਿਆਦਾ ਕਾਮਯਾਬ ਰਹਿੰਦਾ। ਤਾਂ ਸਰ ਤੁਸੀਂ ਕਿਹਾ ਕਿ ਜਿਹੜਾ ਬਰੀਡਿੰਗ ਦੇ ਲਈ ਬੱਕਰੇ ਨੂੰ ਜਿਹੜਾ ਆ ਕੁਛ ਟਾਈਮ ਪਾ ਕੇ ਬਦਲ ਦੇਣਾ ਚਾਹੀਦਾ, ਤਾਂ ਬਰੀਡਿੰਗ ਦੇ ਲਈ ਜਿਹੜਾ ਆ ਕੀ ਸੀਮਨ ਜਿਹੜੇ ਆ ਉਪਲਬਧ ਨਹੀਂ ਆ, ਜਾਂ ਜਿਹੜਾ ਬਰੀਡਿੰਗ ਦੇ ਲਈ
ਨੈਚੁਰਲ ਸਰਵਿਸ ਹੀ ਜਿਹੜੀ ਆ ਉਹ ਲਾਹੇਵੰਦ ਆ? ਦੇਖੋ ਜੀ, ਅਜੇ ਤੱਕ ਜਿਹੜੀ ਲੋਕਾਂ ਦੇ ਵਿੱਚ ਕੁਝ ਫਾਰਮਾਂ ਤੇ ਸਾਡੇ ਹੈਗੀ ਆ ਆਰਟੀਫਿਸ਼ਲ ਇਨਸੈਮੀਨੇਸ਼ਨ, ਅਜੇ ਲੋਕਾਂ ਦੇ ਵਿੱਚ ਨਹੀਂ ਆਈ, ਪਰ ਕਿਉਂਕਿ ਨੈਚੁਰਲ ਸਰਵਿਸ ਹੈ ਇਹਦੇ ਵਿੱਚ, ਇਸ ਕਰਕੇ ਅਸੀਂ ਕਹਿੰਦੇ ਵੀ ਬੱਕਰਾ ਜਿਹੜਾ ਹੈਗਾ ਬਦਲ ਲੈਣਾ ਚਾਹੀਦਾ। ਜੇ 2 ਫਾਰਮਰ ਜਾਂ 3 ਫਾਰਮਰ ਹੈਗੇ, ਇੱਕ ਦੂਜੇ ਨਾਲ ਵਟਾ ਵੀ ਸਕਦੇ ਆ, ਇਹ ਜ਼ਰੂਰੀ ਨਹੀਂ ਹੈਗਾ ਵੀ ਉਹ ਵੇਚ ਕੇ ਕੋਈ ਉਹ ਲੈ ਕੇ ਆਉਣਾ। ਸੋ ਉਹਨਾਂ ਦੀ ਅੰਡਰਸਟੈਂਡਿੰਗ ਹੋਊਗੀ ਤਾਂ ਇਹਦੇ ਨਾਲ ਬੱਕਰਾ ਆਪਣੇ ਆਪ ਜਿਹੜਾ ਬਦਲਿਆ ਜਾਊਗਾ, ਪਰ ਬੱਕਰਾ ਚੰਗਾ ਹੋਣਾ ਚਾਹੀਦਾ। ਤਾਂ ਸਰ ਮੈਂ ਨਾਲ ਹੀ ਇਹ ਗੱਲ ਪੁੱਛੀ ਸੀ ਕਿ ਜਿਹੜਾ ਸੀਮਨ ਹਜੇ ਤੱਕ ਉਪਲਬਧ ਹੋਏ ਨੇ ਜਾਂ ਨਹੀਂ? ਨਹੀਂ, ਅਜੇ ਤੱਕ ਫੀਲਡ 'ਚ ਨਹੀਂ ਆਇਆ ਗਾ, ਪਰ ਇਹ ਵੇਖੋ ਜਿਵੇਂ ਤੁਹਾਨੂੰ ਮੈਂ ਗੱਲ ਕੀਤੀ ਸੀ ਕਿ ਦੇਖੋ ਜੰਗਲਾਂ ਦੇ ਵਿੱਚੋਂ ਅਸੀਂ ਬੱਕਰੀਆਂ ਫੜ ਕੇ ਜੰਗਲਾਂ 'ਚ ਚਾਰ ਕੇ ਫਿਰ ਹੁਣ ਅਸੀਂ ਸ਼ੈੱਡਾਂ ਦੇ ਵਿੱਚ ਲੈ ਕੇ ਆ ਰਹੇ ਹਾਂ ਔਰ ਸਾਇੰਟੀਫਿਕ ਤਰੀਕੇ ਦੇ ਨਾਲ ਲੈ ਕੇ ਆ ਰਹੇ ਹਾਂ। ਇਹ ਵੀ 2-4 ਸਾਲ ਦੇ ਵਿੱਚ ਹੌਲੀ ਹੌਲੀ ਔਰ ਚੰਗੇ ਫਾਰਮਰ ਜਿਹੜੇ ਹੈਗੇ ਪ੍ਰਾਈਵੇਟ ਫਾਰਮਰ ਉਹ ਕਰ ਵੀ ਰਹੇ ਆ, ਪਰ ਜਿਵੇਂ ਕਹਿੰਦੇ ਵੀ ਆਮ ਲੋਕਾਂ ਦਾ ਉਹ ਨਹੀਂ ਅਜੇ ਹੈਗਾ ਗਾ, ਹੋ ਜਾਏਗਾ। ਤਾਂ ਡਾਕਟਰ ਸਾਹਿਬ ਆਮ ਜਿਹੜੇ ਪਸ਼ੂ ਹੁੰਦੇ ਆ ਹੈ ਨਾ, ਆਪਾਂ ਦੇਖਦੇ ਹਾਂ ਗਾਵਾਂ ਮੱਝਾਂ ਨੂੰ ਆਮ ਬਿਮਾਰੀਆਂ ਗਲ ਘੋਟੂ ਜਾਂ ਮੂੰਹ ਖੁਰ ਬਿਮਾਰੀਆਂ ਲੱਗ ਜਾਂਦੀਆਂ ਨੇ, ਤਾਂ ਬੱਕਰੀਆਂ ਨੂੰ ਵੀ ਕੋਈ ਬਿਮਾਰੀਆਂ ਜਿਹੜੀਆਂ ਲੱਗ ਸਕਦੀਆਂ ਨੇ? ਬਿਲਕੁਲ ਬਿਲਕੁਲ ਜੀ, ਔਰ ਇਹਦੇ ਵਾਸਤੇ ਬਿਮਾਰੀਆਂ ਦੇ ਨਾਲ ਜਿਹੜੀ ਹੈਗੀ ਹੈ ਵੈਕਸੀਨੇਸ਼ਨ ਵੀ ਅਸੀਂ ਇਹਨਾਂ ਨੂੰ ਜਿੰਨਾ ਵੀ ਅੱਜ ਕਲਾਸ ਅਸੀਂ ਲਾਈ ਹੈ ਸਭ ਨੂੰ ਦੱਸਿਆ ਕਿ ਇਹਦੀ ਵੈਕਸੀਨੇਸ਼ਨ ਕਰਾਓ, ਔਰ ਉਹਦੇ ਵਿੱਚ ਹੈਗੀ ਆ PPR ਹੈ, ETV ਆ, ਗਲ ਘੋਟੂ ਆ, ਮੂੰਹ ਖੁਰਾ ਔਰ ਜਿਹੜੀ ਗੋਟ ਪੌਕਸ ਵੈਕਸੀਨ ਜਿਹੜੀ ਹੈ ਇਹ ਜ਼ਰੂਰੀ ਹੈ। ਅਤੇ ਨਾਲ ਹੀ ਅਸੀਂ ਜਿਹੜੇ ਆ ਇਹਨਾਂ ਦੇ ਵਿੱਚ ਵਰਮ ਲੋਡ ਵਾਸਤੇ, ਪੇਟ ਦੇ ਕੀੜਿਆਂ ਵਾਸਤੇ ਸਮੇਂ-ਸਮੇਂ ਸਿਰ ਜਿਹੜੀ ਬਦਲ ਕੇ ਦਵਾਈ ਦਿੰਦੇ ਰਹਿਣਾ ਉਹ ਵੀ ਬਹੁਤ ਜ਼ਰੂਰੀ ਹੈ। ਤਾਂ ਕੀ ਜਿਹੜੇ ਖਾਸ ਧਿਆਨ ਰੱਖਣੇ ਚਾਹੀਦੇ ਨੇ ਬੱਕਰੀਆਂ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਉਣ ਦੇ ਲਈ? ਦੇਖੋ ਜੀ, ਵੈਕਸੀਨੇਸ਼ਨ ਕਰਾਓਗੇ, ਚੰਗਾ ਪਾਲਣ ਪੋਸ਼ਣ ਕਰੋਗੇ, ਧਿਆਨ ਰੱਖੋਗੇ, ਸਫਾਈ ਰੱਖੋਗੇ ਤਾਂ ਬੱਕਰੀ ਛੇਤੀ ਬਿਮਾਰ ਨਹੀਂ ਹੁੰਦੀ, ਅਤੇ ਜੇ ਬਿਮਾਰ ਹੋ ਜੇ ਤਾਂ ਫਿਰ ਬਹੁਤ ਹੀ ਧਿਆਨ ਦੇਣਾ ਪੈਂਦਾ। ਅਤੇ ਪੁਰਾਣੇ ਜਿਹੜੇ ਪ੍ਰੋਫੈਸਰ ਸਾਨੂੰ ਕਹਿੰਦੇ ਹੁੰਦੇ ਸੀ ਵੀ ਪੜੀ ਬੱਕਰੀ ਖੜੀ ਬੱਕਰੀ ਪੜੀ ਬਰਾਬਰ ਔਰ ਪੜੀ ਬੱਕਰੀ ਮਰੀ ਬਰਾਬਰ। ਸੋ ਫਿਰ ਜਿਹੜਾ ਹੈਗਾ ਤੁਹਾਨੂੰ ਬਹੁਤ ਧਿਆਨ ਦੇ ਨਾਲ ਪਾਲਣਾ ਪੈਂਦਾ, ਪਰ ਆਮ ਤੌਰ 'ਤੇ ਛੇਤੀ ਬਿਮਾਰ ਨਹੀਂ ਹੁੰਦੀ। ਬਹੁਤ ਹਾਰਡ ਜਾਨਵਰ ਹੈ ਜਿਹੜੇ ਬੱਕਰੀ ਆ। ਤਾਂ ਫਾਰਮ ਦੇ ਵਿੱਚ ਟ੍ਰੇਨਿੰਗ ਲੈਣ ਵੀ ਕਿਸਾਨ ਵੀਰ ਆਏ ਹੋਏ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਕੀ ਨਾਮ ਬਾਪੂ ਜੀ ਤੁਹਾਡਾ? ਗੁਰਜੀਤ ਸਿੰਘ ਜੀ, ਪਿੰਡ ਪੱਖੀ ਕਲਾਂ, ਜ਼ਿਲ੍ਹਾ ਫਰੀਦਕੋਟ ਜੀ। ਤਾਂ ਤੁਸੀਂ ਟ੍ਰੇਨਿੰਗ ਲੈਣ ਆਏ ਹੋ ਜੀ ਇੱਥੇ ਹੈ ਨਾ, ਤੁਹਾਡੀਆਂ ਪਹਿਲਾਂ ਵੀ ਬੱਕਰੀਆਂ ਰੱਖੀਆਂ ਹੋਈਆਂ ਨੇ, ਤਾਂ ਕੀ ਜਿਹੜੀ ਇਨਕਮ ਹੁੰਦੀ ਆ ਬੱਕਰੀਆਂ ਤੋਂ? ਹਾਂਜੀ ਹਾਂਜੀ, ਉਹੀ ਸਾਰੇ ਇੱਥੇ ਹੁਣ ਜਾਣਕਾਰੀ, ਬਿਮਾਰੀਆਂ ਬਾਰੇ ਜਾਣਕਾਰੀ ਜੀ, ਇਹਦੇ ਰੱਖ ਰਖਾਓ ਬਾਰੇ ਜਾਣਕਾਰੀ, ਉਹਦੇ ਬਾਰੇ ਅੱਜ ਪੁੱਛਣਾ ਹੈ, ਖੁਰਾਕ ਬਾਰੇ ਜੀ, ਹਾਂ ਜੀ, ਰੂਟੀਨ ਦੀਆਂ ਬਿਮਾਰੀਆਂ ਬਾਰੇ। ਹਾਂ ਜੀ, ਤੁਸੀਂ ਦੱਸ ਰਹੇ ਸੀ ਪਹਿਲਾਂ ਹੈ ਨਾ ਕਿ ਵੀ ਮੈਨੂੰ 4 ਮਹੀਨੇ ਬੱਕਰੀਆਂ ਰੱਖੀਆਂ ਨੂੰ, ਤਾਂ 4 ਮਹੀਨਿਆਂ ਦੇ ਵਿੱਚ ਕਿੰਨੀ ਕੁ ਇਨਕਮ ਤੁਹਾਨੂੰ ਹੋਈ ਆ? ਅਸੀਂ ਤਾਂ ਜੀ ਜਿਹੜਾ ਦੁੱਧ ਆ ਜੀ ਅਸੀਂ ਘਰੇ ਹੀ ਵਰਤਦੇ ਜੀ, ਅਸੀਂ ਵੇਚਦੇ ਨਹੀਂ, ਸੇਲ ਨਹੀਂ ਕਰਦੇ ਜੀ। ਹਾਂ ਜੀ, ਆਪ ਹੀ ਬੱਚਿਆਂ ਨੂੰ ਦਿੰਦੇ, ਨਾਲੇ ਆਪ ਵਰਤਦੇ ਹਾਂ ਜੀ ਅਸੀਂ। ਕਿੰਨੇ ਕੁ ਪਸ਼ੂ ਰੱਖੇ ਹੋਏ ਆ ਜੀ ਤੁਹਾਡੇ? ਸਾਡੇ ਕੋਲ 11 ਨਾਗ ਆ ਜੀ ਹਜੇ। ਹਾਂ ਜੀ, 11 ਨਾਲ ਸ਼ੁਰੂ ਕੀਤਾ ਕੰਮ, ਹਜੇ ਸਟਾਰਟ ਕੀਤਾ ਜੀ। ਹਾਂ ਜੀ, ਹੁਣ ਵਧਾਵਾਂਗੇ ਜੀ ਅਸੀਂ ਕੰਮ। ਤਾਂ ਇਹ ਕਹਿ ਰਹੇ ਨੇ 11 ਨਾਗਾ ਸਾਡੇ ਕੋਲੇ, ਤੇ ਅਸੀਂ ਹਲੇ ਸ਼ੁਰੂ ਕੀਤਾ ਜਿਹੜਾ ਬੱਕਰੀ ਪਾਲਣਾ, ਤਾਂ ਅੱਗੇ ਅਸੀਂ ਹੋਰ ਜਿਹੜੇ ਆ ਪਸ਼ੂ ਰੱਖਾਂਗੇ। ਤਾਂ ਹੋਰ ਵੀ ਇੱਥੇ ਜਿਹੜੇ ਟ੍ਰੇਨਿੰਗ ਲੈਣ ਆਏ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਤਾਂ ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਤੁਸੀਂ ਕਿੱਥੋਂ ਆਏ ਹੋ? ਮੈਂ ਲੋਕਲ ਕੋਟਕਪੁਰੇ ਤੋਂ ਹਾਂ ਜੀ। ਹਾਂਜੀ, ਮੈਂ ਇੱਥੇ ਟ੍ਰੇਨਿੰਗ ਲੈਣ ਵਾਸਤੇ ਆਇਆ ਸੀਗਾ ਵੀ ਕੀ ਰਿਕੁਆਇਰਮੈਂਟ ਹੁੰਦੀ ਹੈ ਬੱਕਰੀ ਦੀ, ਨਸਲ ਕਿਹੜੀ ਹੁੰਦੀ ਹੈ, ਉਹਦੀ ਡਾਈਟ ਵਗੈਰਾ ਕਿਹੜੀ ਹੁੰਦੀ ਹੈ, ਇਸ ਚੀਜ਼ ਦੀ ਜਾਣਕਾਰੀ ਵਗੈਰਾ ਅਸੀਂ ਬੱਕਰੀ ਫਾਰਮ ਨਹੀਂ ਖੋਲ੍ਹ ਸਕਦੇ ਸੀਗੇ, ਅਤੇ ਇਸ ਕਰਕੇ ਆਹ ਫਸਟ ਟਾਈਮ ਅਸੀਂ ਟ੍ਰੇਨਿੰਗ ਲੈਣ ਆਏ ਸੀ ਇੱਥੇ। ਅਤੇ ਡਾਕਟਰ ਸਾਹਿਬ ਨੇ ਬਹੁਤ ਵਧੀਆ ਢੰਗ ਨਾਲ ਸਾਨੂੰ ਦੱਸਿਆ, ਟ੍ਰੇਨਿੰਗ ਵੀ ਦਿੱਤੀ ਸਾਨੂੰ, ਅਤੇ ਇਸ ਕਰਕੇ ਅਸੀਂ ਮੌਜੂਦਾ ਇੱਥੇ ਖੜ੍ਹੇ ਹਾਂ। ਤਾਂ ਪਹਿਲਾਂ ਰੱਖੀਆਂ ਹੋਈਆਂ ਬੱਕਰੀਆਂ ਜੀ ਕਿ ਨਹੀਂ? ਪਹਿਲਾਂ ਕੁਛ ਨਹੀਂ ਰੱਖਿਆ, ਤਾਂ ਫਸਟ ਟਾਈਮ ਕੋਸ਼ਿਸ਼ ਕਰ ਰਹੇ ਸੀਗੇ ਵੀ ਅਸੀਂ ਬੱਕਰੀ ਪਾਲਣ ਕਰਨ ਦੇ ਸ਼ੌਕੀਨ ਸੀਗੇ, ਅਤੇ ਇਸ ਕਰਕੇ ਟ੍ਰੇਨਿੰਗ ਵਾਸਤੇ ਆਏ ਸੀ। ਤਾਂ ਹੋਰ ਵੀ ਵੀਰ ਜਿਹੜੇ ਟ੍ਰੇਨਿੰਗ ਲੈਣ ਇੱਥੇ ਪਹੁੰਚੇ ਹੋਏ ਆ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜੇ ਪਿੰਡ ਤੋਂ ਆਏ ਹੋ ਬਾਈ ਜੀ? ਮੇਰਾ ਪਿੰਡ ਘਵਾਰ ਵਾਲਾ, ਜ਼ਿਲ੍ਹਾ ਫਰੀਦਕੋਟ ਆ, ਤਹਿਸੀਲ ਕੋਟਕਪੁਰਾ। ਤਾਂ ਤੁਸੀਂ ਇੱਥੇ ਨਾ ਟ੍ਰੇਨਿੰਗ ਲੈਣ ਆਏ ਹੋ ਬੱਕਰੀ ਪਾਲਣ ਦੀ, ਪਹਿਲਾਂ ਵੀ ਰੱਖੀਆਂ ਬੱਕਰੀਆਂ? ਨਹੀਂ, ਪਹਿਲਾਂ ਨਹੀਂ ਆ, ਰੱਖਣੀਆਂ ਹੁਣ। ਤਾਂ ਕੀ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਕੀ ਟ੍ਰੇਨਿੰਗ ਜਿਹੜੀ ਦਿੱਤੀ ਗਈ ਆ ਮੁੱਢਲੀ? ਸਾਨੂੰ ਦੱਸਿਆ ਬਈ ਜਿੱਦਾਂ ਆਪਾਂ ਘੱਟ ਜਿੱਦਾਂ ਬਈ ਪੈਸੇ ਇਨਕਮ ਆਪਾਂ ਹੌਲੀ ਕੰਮ ਸ਼ੁਰੂ ਕਰਨਾ ਤਾਂ ਛੋਟੇ ਬੱਚੇ ਤੋਂ ਕਰੋ। ਜੇ ਆਪਾਂ ਪਹਿਲਾਂ ਹੀ ਪ੍ਰੋਫਿਟ ਤੋਂ ਕਰਨਾ ਫਿਰ ਆਪਾਂ ਵੱਡੇ ਵੀ ਰੱਖ ਸਕਦੇ ਹਾਂ ਜੇ ਆਪਣੀ ਇਨਵੈਸਟਮੈਂਟ ਜ਼ਿਆਦਾ ਹੈਗੀ ਆ ਤਾਂ। ਅਤੇ ਜੇ ਆਪਾਂ ਇਹ ਤਕਰੀਬਨ ਇਹ ਕਹਿੰਦੇ ਜੇ ਛੋਟਾ ਬੱਚਾ ਰੱਖਦੇ ਹਾਂ ਤਾਂ ਇਹ ਸਾਲ ਦੇ ਵਿੱਚ ਤਿਆਰ ਹੋ ਜਾਂਦਾ। ਉਸ ਤੋਂ ਬਾਅਦ ਇਹ ਪ੍ਰੋਸੈਸਿੰਗ 5 ਮਹੀਨੇ ਬਾਅਦ ਹੁੰਦਾ ਕੰਮ ਤੋਂ। ਅਤੇ ਜੇ ਆਪਾਂ ਕੋਈ ਬੱਕਰਾ ਵਗੈਰਾ ਤਿਆਰ ਕਰਦੇ ਹਾਂ 1.5 ਸਾਲ ਦਾ ਤਾਂ ਪੂਰਾ ਬੱਕਰਾ ਤਿਆਰ ਹੋ ਜਾਂਦਾ।
ਤਾਂ ਬਈ ਮੈਂ ਪੁੱਛਣਾ ਚਾਹੂੰਗਾ ਕਿ ਬੱਕਰੀ ਪਾਲਣ ਵੱਲ ਜਿਹੜਾ ਆ ਇੰਟਰਸਟ ਕਿਵੇਂ ਪੈਦਾ ਹੋਇਆ? ਤੁਸੀਂ ਨੌਜਵਾਨ ਮੁੰਡੇ ਹੋ, ਨੌਜਵਾਨ ਮੁੰਡੇ ਅੱਜ ਕੱਲ੍ਹ ਜਿਹੜਾ ਆ ਬਾਹਰ ਜਾਣ ਨੂੰ ਜ਼ਿਆਦਾ ਤਰਜੀਹ ਦੇ ਰਹੇ ਆ, ਪਰ ਤੁਸੀਂ ਇੱਥੇ ਹੈ ਨਾ ਜਿਹੜਾ ਬੱਕਰੀ ਪਾਲਣ ਧੰਦਾ ਅਪਣਾ ਕੇ ਤੁਹਾਨੂੰ ਲੱਗਦਾ ਵੀ ਜਿਹੜਾ ਆ ਇਨਕਮ ਦਾ ਸੋਰਸ ਪੈਦਾ ਕੀਤਾ ਜਾ ਸਕਦਾ, ਮੁੰਡਿਆਂ ਨੂੰ ਇਹ ਗੱਲ ਸੋਚਣ ਦੀ ਲੋੜ ਆ, ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਸਰ ਇਹਦੇ ਨਾਲ ਆਪਾਂ ਇਨਕਮ ਵੀ ਚੰਗੀ ਹੈ ਵੈਸੇ, ਨਾਲ ਇਹਦੇ ਨਾਲ ਆਪਾਂ ਹੋਰ ਵੀ ਕੋਈ ਕੰਮ ਕਰ ਸਕਦੇ ਹਾਂ, ਜ਼ਰੂਰੀ ਨਹੀਂ ਬਈ ਇਹ ਪਾਰਟ ਟਾਈਮ ਵੀ ਜੋਬ ਬਣ ਸਕਦੀ ਆਪਣੀ। ਜੇ ਆਪਾਂ ਨਾਲ ਹੋਰ ਵੀ ਕੋਈ ਕੰਮ ਕਰਦੇ ਆ ਨਾ, ਇਹਨੂੰ ਆਪਾਂ ਸਾਈਡ ਤੇ ਰੱਖ ਕੇ ਪਾਰਟ ਟਾਈਮ ਜੋਬ ਕੰਮ ਆਪਣਾ ਮਤਲਬ ਇਨਕਮ ਦੋ ਪਾਸੇ ਹੋ ਸਕਦੀ ਆ। ਇਸ ਕਰਕੇ ਵਧੀਆ ਪਰਫੈਕਟ ਹੈ। ਇੱਕ ਇਸ 'ਚ ਜ਼ਿਆਦਾ ਬਿਮਾਰੀਆਂ ਬਹੁਤ ਘੱਟ ਆ ਬੱਕਰੀ ਪਾਲਣ 'ਚ। ਜੇ ਆਪਾਂ ਮੁਰਗੀ ਜਾਂ ਸੂਰ ਵਗੈਰਾ ਪਾਲਦੇ ਹਾਂ, ਉਹਨਾਂ 'ਚ ਬਿਮਾਰੀਆਂ ਦਾ ਜ਼ਿਆਦਾ ਆਮ ਤੁਸੀਂ ਸੁਣਦੇ ਹੀ ਹੋਵੋਗੇ ਬਈ ਫਲੂ ਹੋ ਜਾਂਦਾ ਜਿੱਦਾਂ, ਇਹ 'ਚ ਬਹੁਤ ਘੱਟ ਬਿਮਾਰੀਆਂ ਇਹਨਾਂ ਨੂੰ। ਇੱਕ ਇਹਨਾਂ ਦੀ ਬਾਅਦ 'ਚੋਂ ਇਨਕਮ ਜਿੱਦਾਂ ਮੀਟ 'ਚ ਬਹੁਤ, ਇਹਦਾ ਇੱਕ ਸੂਰ ਦਾ ਮੀਟ ਘੱਟ ਵਿਕਦਾ, ਇਹਦਾ ਜਾਂ ਆਰਮੀ ਨੂੰ ਮੀਟ ਜਾਂਦਾ ਜਾਂ ਲੋਕਲ ਮੀਟ ਦੀ ਇਨਕਮ ਬਹੁਤ ਹੈਗੀ ਆ। ਤਾਂ ਡਾਕਟਰ ਸਾਹਿਬ ਜੇ ਆਪਾਂ ਸ਼ੈੱਡ ਦੀ ਗੱਲ ਕਰੀਏ ਕਿ ਬੱਕਰੀਆਂ ਨੂੰ ਰੱਖਣ ਵਾਸਤੇ ਸ਼ੈੱਡ ਕਿਹੋ ਜਿਹਾ ਹੋਣਾ ਚਾਹੀਦਾ? ਦੇਖੋ ਜੀ, ਸ਼ੈੱਡ ਦੀ ਜਿਹੜੀ ਡਾਇਰੈਕਸ਼ਨ ਦੀ ਗੱਲ ਕਰੀਏ ਪਹਿਲਾਂ, ਤਾਂ ਇਹ ਚੜ੍ਹਦੇ ਲਹਿੰਦੇ ਵੱਲ ਹੋਣਾ ਚਾਹੀਦਾ, ਦੱਖਣ ਵੱਲ ਮੂੰਹ ਖੁੱਲ੍ਹੇ, ਤਾਂ ਕਿ ਜਿਹੜਾ ਵਧੀਆ ਦੀ ਧੁੱਪ ਅਤੇ ਛਾਂ ਅਤੇ ਹਵਾ ਆ ਜਾਵੇ। ਦੂਸਰੀ ਗੱਲ ਇਹ ਆ ਬਈ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਜੇ ਬਹੁਤ ਮਹਿੰਗਾ ਸ਼ੈੱਡ ਪਾਓ, ਜਿਹੋ ਜਿਹੀ ਤੁਹਾਡੀ ਆਰਥਿਕ ਸਥਿਤੀ ਹੈ ਉਸ ਹਿਸਾਬ ਨਾਲ ਰੱਖੋ, ਕਿਉਂਕਿ ਸਾਡਾ ਕੰਮ ਹੈ ਗਰਮੀ ਅਤੇ ਠੰਡ ਤੋਂ ਬਚਾਉਣਾ ਇਹਨਾਂ ਨੂੰ। ਬਹੁਤੇ ਲੋਕ ਮੈਂ ਦੇਖੇ ਛੱਪਰ ਪਾ ਕੇ ਵੀ ਬਹੁਤ ਵਧੀਆ ਬੱਕਰੀਆਂ ਪਾਲੀ ਜਾਂਦੇ ਆ, ਅਤੇ ਕਈ ਬੰਦਿਆਂ ਨੇ ਲੱਖਾਂ ਰੁਪਈਆ ਲਾ ਕੇ ਵੀ ਬੱਕਰੀਆਂ ਨਹੀਂ ਪਲੀਆਂ। ਇਸ ਕਰਕੇ ਤੁਹਾਡਾ ਲਗਾਅ ਕਿੰਨਾ ਹੈ ਇਸ ਕਿੱਤੇ ਦੇ ਨਾਲ, ਤੁਹਾਡੀ ਮਿਹਨਤ ਕਿੰਨੀ ਹੈ। ਸੋ ਸ਼ੈੱਡ ਤਾਂ ਮੈਂ ਇਹੀ ਕਹੂੰਗਾ, ਜੇ ਕੋਈ ਮੈਨੂੰ ਪੁੱਛੇ ਵੀ ਜਿੰਨਾ ਸਸਤਾ ਬਣਾ ਸਕਦੇ ਆ ਉਹ ਬਣਾਓ, ਪਰ ਉਹ ਮੀਂਹ ਕਣੀ ਤੋਂ ਧੁੱਪ ਛਾਂ ਤੋਂ ਜ਼ਰੂਰ ਬਚਾਵੇ। ਤਾਂ ਡਾਕਟਰ ਸਾਹਿਬ ਜਾਂਦਿਆਂ ਜਾਂਦਿਆਂ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਕੋਈ ਸੁਨੇਹਾ ਜਿਹੜਾ ਦੇਣਾ ਚਾਹੁੰਦੇ ਹੋ ਤੁਸੀਂ? ਸੁਨੇਹਾ ਤਾਂ ਇਹ ਹੀ ਆ ਕਿ ਬੇਸ਼ੱਕ ਤੁਸੀਂ ਬੱਕਰੀਆਂ ਪਾਲੋ, ਮੱਝਾਂ ਪਾਲੋ, ਗਊਆਂ ਪਾਲੋ, ਕੋਈ ਵੀ ਕਰੋ ਕੰਮ ਜ਼ਿੰਦਗੀ ਦੇ ਵਿੱਚ, ਉਹ ਬਹੁਤ ਮਿਹਨਤ ਮੰਗਦਾ, ਅਤੇ ਉਹ ਜਿੰਨੀ ਦੇਰ ਤੱਕ ਤੁਸੀਂ ਅੰਦਰ ਵੜ ਕੇ ਉਸ ਕੰਮ ਦੇ ਕੰਮ ਨਹੀਂ ਕਰਦੇਗੇ, ਉਨੀ ਦੇਰ ਤੱਕ ਕਾਮਯਾਬ ਨਹੀਂ ਹੁੰਦੇਗੇ। ਤੁਸੀਂ ਦੇਖੋ ਦੁਕਾਨਾਂ ਨੇ, ਕੱਪੜੇ ਦੀ 1000 ਦੁਕਾਨ ਹੈ, ਉਹ 'ਚ ਕਿੰਨੀਆਂ ਕਾਮਯਾਬ ਨੇ। ਹੋਟਲ ਆ, ਢਾਬੇ ਆ, ਈਵਨ ਕਿ ਡਾਕਟਰ ਵੀ ਤੁਸੀਂ ਲੈ ਲਓ ਵੀ ਬੇਸ਼ੱਕ ਇੱਕੋ ਜਿਹੀ ਪੜ੍ਹਾਈ ਕੀਤੀ ਹੁੰਦੀ ਹੈ, ਪਰ ਕੁਛ ਬਹੁਤ ਕਾਮਯਾਬ ਹੋ ਜਾਂਦੇ ਆ, ਜਿਨ੍ਹਾਂ ਨੂੰ ਗੱਲ ਕਰਨ ਦਾ ਸਲੀਕਾ ਹੁੰਦਾ, ਜਿਨ੍ਹਾਂ ਦਾ ਡਾਇਗਨੋਜ਼ ਅੱਛਾ ਹੁੰਦਾ, ਜਿਨ੍ਹਾਂ ਦੇ ਚਾਰਜਸ ਅੱਛੇ ਹੁੰਦੇ ਆ। ਸੋ ਇਹ ਗੱਲ ਬੱਕਰੀਆਂ ਦੇ ਵਿੱਚ ਵੀ ਸਾਰੇ ਕੰਮਾਂ 'ਤੇ ਲਾਗੂ ਹੁੰਦੀ ਹੈ ਕਿ ਬੱਕਰੀਆਂ ਦਾ ਜੇ ਤੁਸੀਂ ਕੰਮ ਕਰਨਾ ਤਾਂ ਪੂਰੀ ਮਿਹਨਤ ਦੇ ਨਾਲ ਅਤੇ ਅੱਖਾਂ ਖੋਲ੍ਹ ਕੇ ਕਰੋ, ਅੱਖਾਂ ਮੀਚ ਕੇ ਨਾ ਕਰੋ। ਤਾਂ ਡਾਕਟਰ ਸਾਹਿਬ ਮੈਂ ਕਹੂੰਗਾ ਕਿ ਜਾਂਦੇ ਜਾਂਦੇ ਤੁਹਾਡੀ ਕੋਈ ਰਚਨਾ ਜਿਹੜੀ ਆ ਉਹ ਵੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ, ਕਿਉਂਕਿ ਮੈਂ ਪਹਿਲਾਂ ਦੱਸ ਚੁੱਕਾ ਕਿ ਤੁਸੀਂ ਲਿਖਦੇ ਵੀ ਬਹੁਤ ਸੋਹਣਾ ਹੋ। ਹੁਣ ਵੀ ਜਿਹੜਾ PTC ਦੇ ਉੱਤੇ ਇੱਕ ਪ੍ਰੋਗਰਾਮ ਚੱਲਦਾ ਹੁਨਰ ਪੰਜਾਬ ਦਾ, ਉਹਦੇ ਵਿੱਚ ਵੀ ਭੱਲਾ ਸਾਹਿਬ ਕੁਝ ਜਿਹੜੀਆਂ ਕਾਵਿਕ ਰਚਨਾਵਾਂ ਬੋਲਦੇ ਨੇ, ਉਹ ਵੀ ਤੁਹਾਡੀਆਂ ਲਿਖੀਆਂ ਹੁੰਦੀਆਂ ਨੇ। ਤਾਂ ਮੈਂ ਚਾਹੂੰਗਾ ਕਿ ਸਾਡੇ ਦਰਸ਼ਕਾਂ ਨੂੰ ਜਾਂਦਿਆਂ ਜਾਂਦਿਆਂ ਇੱਕ ਰਚਨਾ ਸਾਂਝੀ ਕਰੋ ਤੁਹਾਡੀ ਕੋਈ। ਸੋ ਇਹ ਰਚਨਾ ਮੇਰੇ ਖਿਆਲ ਦੇ ਵਿੱਚ ਇਸੇ ਦੀ ਗੱਲ ਜਿਹੜੀ ਕੀਤੀ ਜਾਵੇ ਤਾਂ ਜ਼ਿਆਦਾ ਚੰਗੀ ਹੈ ਕਿ ਨਾਲ ਸਮੇਂ ਦੇ ਬਦਲਦੇ ਜ਼ਿੰਦਗੀ ਦੇ ਦਸਤੂਰ, ਨਾਲ ਸਮੇਂ ਦੇ ਬਦਲਦੇ ਜ਼ਿੰਦਗੀ ਦੇ ਦਸਤੂਰ, ATM ਹੋਏ ਕਿਸਾਨ ਦੇ ਹੁਣ ਬੱਕਰਾ, ਮੁਰਗੀ, ਸੂਰ। ਸੋ ਕਿਉਂਕਿ ਮੈਨੂੰ ਲੱਗਦਾ ਵੀ ਅੱਜ ਮੈਂ ਪ੍ਰੋਫੈਸ਼ਨ ਦੀ ਗੱਲ ਕਰਾਂ ਤਾਂ ਜ਼ਿਆਦਾ ਅੱਛੀ ਗੱਲ ਹੈ। ਸੋ ਇਹ ਕਾਵਿ ਵੀ ਹੈ, ਇਹ ਰਚਨਾ ਵੀ ਹੈ, ਅਤੇ ਇੱਕ ਸੁਨੇਹਾ ਵੀ ਹੈ ਇਸੇ ਕਿੱਤੇ ਦੇ ਸੰਬੰਧ ਦੇ ਵਿੱਚ। ਤਾਂ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ ਜੀ। ਡਾਕਟਰ ਸਾਹਿਬ, ਆਮ ਤੌਰ 'ਤੇ ਪੰਜਾਬ ਦੇ ਵਿੱਚ ਜਾਂ ਮਾਲਵੇ ਖੇਤਰ ਦੇ ਵਿੱਚ ਕਿਹੜੀ ਕਿਸਮ ਬੱਕਰੀਆਂ ਦੀ ਕਿਸਾਨਾਂ ਲਈ ਲਾਹੇਵੰਦ ਆ, ਕਿਹੜੀ ਤੁਸੀਂ ਰਿਕਮੈਂਡ ਕਰਦੇ ਹੋ ਵੀ ਕਿਸਾਨਾਂ ਨੂੰ ਰੱਖਣੀ ਚਾਹੀਦੀ ਹੈ ਕਿਸਮ? ਦੇਖੋ, ਜਿਸ ਤਰ੍ਹਾਂ ਅਸੀਂ ਟ੍ਰੇਨਿੰਗ ਦੇ ਵਿੱਚ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੀ ਕਾਮਯਾਬ ਹੈ ਬਰੀਡ ਹੈ ਬੱਕਰੀ ਦੀ, ਉਹ ਬੀਟਲ ਦੀ ਬਰੀਡ ਹੈਗੀ ਆ। ਇਹਨੂੰ ਅੰਬਰਸਰੀ ਬੱਕਰੀ ਵੀ ਕਹਿੰਦੇ ਆ, ਔਰ ਇਹਦੀ ਖਾਸੀਅਤ ਇਹ ਆ ਕਿ ਇਹ ਮੀਟ ਵਾਸਤੇ ਵੀ ਅੱਛੀ ਹੈ, ਦੁੱਧ ਵਾਸਤੇ ਵੀ ਅੱਛੀ ਹੈ। ਅਤੇ ਜੇ ਇਹਦੀ ਪੈਦਾਵਾਰ ਦੀ ਗੱਲ ਕੀਤੀ ਜਾਵੇ, ਜੇ ਹਿੰਦੁਸਤਾਨ ਦੀ ਪੈਦਾਵਾਰ ਜਿਹੜੀ ਹੈ ਬੱਕਰੀਆਂ ਦੇ ਵਿੱਚ ਅੱਧਾ ਕਿਲੋ ਪਰ ਡੇ ਦੀ ਹੈ, ਤਾਂ ਇਹਦੀ 1.5 ਕਿਲੋ ਪਰ ਡੇ ਦੀ ਹੈ। ਸੋ ਦੁੱਧ ਵਾਸਤੇ ਵੀ ਕਾਫੀ ਅੱਛੀ ਹੈ। ਸੋ ਬਾਕੀ ਜਿਹੜੇ ਕਰੈਕਟਰ ਜਿਹੜੇ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਦਿਆਂ ਬੀਟਲ ਦੇ ਕੀ ਨੇ ਕਿ ਰੋਮਨ ਨੋਜ਼, ਪਿੱਛੇ ਨੂੰ ਸਿੰਘ, ਅਤੇ ਇਹ ਜਿਹੜੇ ਕੰਨ ਹੈ ਮੁੱਢ ਤੋਂ ਗੋਲ ਹੋਣਗੇ, ਥੱਲਿਓਂ ਵੀ ਗੋਲ ਹੋਣਗੇ। ਠੀਕ ਹੈ, ਲਮਕਵੇਂ ਕੰਨ ਹੈ, ਹਾਈਟ ਕਾਫੀ ਹੁੰਦੀ ਹੈ, ਲੱਤਾਂ ਲੰਬੀਆਂ ਹੁੰਦੀਆਂ ਨੇ। ਜਿਹੜਾ ਦੂਸਰਾ ਹਵਾਨਾ, ਇਹ ਵੀ ਇਹਦਾ ਲਮਕਦਾ
ਹੁੰਦਾ। ਸੋ ਇਹ ਜਦੋਂ ਪੂਰੀ ਰਾਜੀ ਹੁੰਦੀ ਹੈ ਜਾਂ ਸਜਲ ਸੋਈ ਹੁੰਦੀ ਹੈ ਜਾਂ ਸੂਣ ਦੇ ਨੇੜੇ ਹੁੰਦੀ ਹੈ, ਇਹਦੀ ਪੂਰੀ ਸ਼ਾਨ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਜਿਹੜਾ ਆਰਡਰ ਇਹਦਾ ਹੋਰ ਵੀ ਡਿਵੈਲਪ ਹੋ ਜਾਂਦਾ ਹੈ। ਸੋ ਅਸੀਂ ਸਾਰੇ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਜਿਨ੍ਹਾਂ ਨੇ ਬੱਕਰੀਆਂ ਰੱਖਣੀਆਂ, ਅਸੀਂ ਇਹ ਰਿਕਮੈਂਡ ਕਰਾਂਗੇ ਜਿਹੜੀ ਸਭ ਤੋਂ ਕਾਮਯਾਬ ਨਸਲ ਇੱਥੇ ਹੈ ਸਾਡੇ, ਉਹ ਬੀਟਲ ਨਸਲ ਹੀ ਹੈ। ਤਾਂ ਡਾਕਟਰ ਸਾਹਿਬ ਤੁਸੀਂ ਬੀਟਲ ਕਿਸਮ ਦੀ ਜਿਹੜੀ ਗੱਲ ਕਰ ਰਹੇ ਹੋ ਵੀ ਦੁੱਧ ਵੀ ਜਿਹੜਾ ਆ ਇਹ ਆਮ ਬੱਕਰੀ ਨਾਲੋਂ ਵੱਧ ਦਿੰਦੀ ਹੈ, ਤੇ ਪੰਜਾਬ ਦੀ ਬੱਕਰੀ ਕੁਝ ਜ਼ਿਆਦਾ ਹੀ ਦੁੱਧ ਦਿੰਦੀ ਆ, ਹੈ ਨਾ। ਤਾਂ ਇੱਥੇ ਮੈਂ ਇਹ ਗੱਲ ਪੁੱਛਣੀ ਚਾਹੂੰਗਾ, ਜਦੋਂ ਸੂਣ ਵਾਲੀ ਹੁੰਦੀ ਆ ਬੱਕਰੀ ਤਾਂ ਕਿੰਨਾ ਟਾਈਮ ਪਹਿਲਾਂ ਜਿਹੜਾ ਆ ਦੁੱਧ ਛੱਡ ਦੇਣਾ ਚਾਹੀਦਾ? ਦੇਖੋ, ਇਹ ਅਸੀਂ ਰਿਕਮੈਂਡ ਕਰਾਂਗੇ ਕਿ 1.5 ਮਹੀਨਾ ਪਹਿਲਾਂ ਛੱਡ ਦੇਣਾ ਚਾਹੀਦਾ, ਤਾਂ ਕਿ ਜਿਹੜਾ ਅਗਲਾ ਦੁੱਧ ਉਹ ਵੀ ਅੱਛਾ ਰਹੇ, ਬੱਚੇ ਦੀ ਜਿਹੜਾ ਪਾਲਣ ਪੋਸ਼ਣ ਉਹ ਵੀ ਉਹਦੇ ਪੇਟ ਦੇ ਵਿੱਚ ਅੱਛਾ ਹੋਵੇ। ਔਰ ਇੱਕ ਤੁਹਾਨੂੰ ਮੈਂ ਦੱਸ ਦਿਆਂ ਕਿ ਬੱਕਰੀ ਦੀ ਬਾਕੀ ਜਾਨਵਰਾਂ ਨਾਲੋਂ ਇਹ ਫਰਕ ਹੈ ਕਿ ਉਹਨਾਂ ਦੇ ਜਿਵੇਂ ਹਵਾਨੇ ਦੇ ਵਿੱਚੋਂ ਦੁੱਧ ਆਪਾਂ ਕਹਿ ਦਿੰਦੇ ਹਾਂ ਨੀਚੇ ਆਉਂਦਾ, ਇਹਨਾਂ ਦਾ 90% ਜਿਹੜਾ ਦੁੱਧ ਆ ਉਹ ਥਣਾਂ ਦੇ ਵਿੱਚ ਹੀ ਹੁੰਦਾ। ਇਸ ਕਰਕੇ ਤਾਂ ਆਪਾਂ ਨੂੰ ਲੱਗਦਾ ਕਿ ਥਣ ਬਹੁਤ ਵੱਡੇ ਹੈਗੇ ਆ। ਇਸੇ ਕਰਕੇ ਵੀ ਮਤਲਬ ਕਦੇ ਵੀ ਆਪਾਂ ਇਹਨੂੰ ਚੋ ਸਕਦੇ ਹਾਂ। ਹਾਂ ਬਿਲਕੁਲ, ਇਸੇ ਕਰਕੇ ਆਪਾਂ ਇਹਨੂੰ ਕਹਿ ਦਿੰਦੇ ਹਾਂ ਵੀ ਗਰੀਬ ਦੀ ਗਊ ਹੈ ਜਾਂ ਫਰਿੱਜ ਹੈ, ਕਿ ਜਦੋਂ ਮਰਜ਼ੀ ਇਹਦਾ ਜਿਹੜਾ ਦੁੱਧ ਲੈ ਸਕਦੇ ਹੋ ਤੁਸੀਂ। ਤਾਂ ਡਾਕਟਰ ਸਾਹਿਬ ਇੱਥੇ ਮੈਂ ਇਹ ਗੱਲ ਵੀ ਪੁੱਛਣੀ ਚਾਹੂੰਗਾ ਕਿ ਜਿਹੜਾ ਤੁਸੀਂ ਕਿਹਾ ਸੀ ਕਿ ਪੰਜਾਬ ਦੀ ਬੱਕਰੀ ਜਿਹੜੀ ਆ ਆਮ ਬੱਕਰੀ ਨਾਲੋਂ, ਹਿੰਦੁਸਤਾਨ ਦੀ ਬੱਕਰੀ ਨਾਲੋਂ ਵੱਧ ਦੁੱਧ ਦਿੰਦੀ ਆ ਪੰਜਾਬ ਦੀ ਬੱਕਰੀ, ਤਾਂ ਬੱਕਰੀ ਦਾ ਮਤਲਬ ਦੁੱਧ ਵਧਾਉਣ ਵਾਸਤੇ, ਦੁੱਧ ਦੀ ਪੈਦਾਵਾਰ ਵਧਾਉਣ ਵਾਸਤੇ ਕੀ ਖੁਰਾਕ ਜਿਹੜੀ ਆ ਦੇਣੀ ਚਾਹੀਦੀ ਆ ਬੱਕਰੀ ਨੂੰ? ਦੇਖੋ, ਖੁਰਾਕ ਤਾਂ ਜਿਹੜੀ ਹੈ ਬਾਕੀ ਜਾਨਵਰਾਂ ਵਾਲੀ ਹੈ, ਜਿਵੇਂ ਗਊਆਂ ਨੂੰ ਦਿੰਦੇ ਆਪਾਂ, ਕੋਈ ਵੱਖਰੀ ਖੁਰਾਕ ਨਹੀਂ ਹੈਗੀ ਗੀ। ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਅੱਧਾ ਕਿਲੋ ਜਿਹੜੀ ਹੈਗੀ ਆ ਉਹਨੂੰ ਖੁਰਾਕ ਦੇਣੀ ਹੈ, ਪਰ ਇਹਦੇ 'ਤੇ ਦੁੱਧ ਵਧਾਉਣ ਵਾਸਤੇ ਖੁਰਾਕ ਨਾਲੋਂ ਜਿਹੜੀ ਨਸਲ ਚੰਗੀ ਹੋਣਾ ਇਹ ਜ਼ਿਆਦਾ ਮਹੱਤਵ ਰੱਖਦਾ। ਅਤੇ ਜਿਹੜਾ ਅਸੀਂ ਬੱਕ ਰੱਖਿਆ ਹੋਇਆ, ਬੋਕ ਰੱਖਿਆ ਹੋਇਆ ਬੱਕਰੀਆਂ ਦੇ ਵਿੱਚ ਜਿਹਨੇ ਸਰਵਿਸ ਦੇਣੀ ਹੈ, ਉਹ ਵੀ ਇੱਕ ਚੰਗੇ ਦੁੱਧ ਦੇਣ ਵਾਲੀ ਮਾਂ ਦਾ ਹੋਣਾ ਚਾਹੀਦਾ, ਚੰਗੇ ਕੱਦ ਕਾਠ ਵਾਲੀ ਦਾ ਹੋਣਾ ਚਾਹੀਦਾ। ਅਤੇ ਇਹਦੇ ਨਾਲ ਜਿਹੜੀ ਹੈ ਸਾਡੀ ਬਰੀਡ ਇੰਪਰੂਵਮੈਂਟ ਹੋਊਗੀ, ਇਹਦੇ ਨਾਲ ਹੀ ਜਿਹੜਾ ਦੁੱਧ ਦੀ ਪੈਦਾਵਾਰ ਵਧੂਗੀ। ਇੱਕ ਬਹੁਤ ਹੀ ਸਮਝਣ ਵਾਲੀ ਗੱਲ ਆ ਕਿ ਬੱਕਰੀ, ਮੱਝ, ਗਊ ਦਾ ਦੁੱਧ ਜਿਹੜਾ ਇਕੱਲੀ ਖੁਰਾਕ ਨਾਲ ਨਹੀਂ ਵਧਾਇਆ ਜਾ ਸਕਦਾ। ਜੇ ਉਹਦਾ ਜੈਨੇਟਿਕ ਪੋਟੈਂਸ਼ੀਅਲ ਮੱਝ ਦਾ 12 ਕਿਲੋ ਦਾ, ਤੁਸੀਂ ਜਿੰਨੀ ਮਰਜ਼ੀ ਖੁਰਾਕ ਪਾ ਲਓ 12 ਕਿਲੋ ਤੋਂ ਨਹੀਂ ਵੱਧ ਸਕਦੀ। ਜੇ ਗਊ ਦਾ ਜੈਨੇਟਿਕ ਪੋਟੈਂਸ਼ੀਅਲ 40 ਕਿਲੋ ਦਾ ਤਾਂ ਜਿੰਨੀ ਮਰਜ਼ੀ ਖੁਰਾਕ ਤੁਸੀਂ ਪਾ ਲਓ ਉਹ 40 ਕਿਲੋ ਤੋਂ ਨਹੀਂ ਵੱਧ ਸਕਦੀ। ਸੋ ਇਸੇ ਤਰ੍ਹਾਂ ਮੈਂ ਦੱਸਣਾ ਚਾਹੂੰਗਾ ਕਿ ਬੱਕਰੀਆਂ ਦੇ ਵਿੱਚ ਸਾਨੂੰ ਉਹਦੀ ਮਾਂ ਦਾ ਦੁੱਧ ਕਿੰਨਾ ਜਿਹੜਾ ਬੱਕਰਾ ਅਸੀਂ ਵਰਤ ਰਹੇ ਹਾਂ, ਅਤੇ ਹੌਲੀ ਹੌਲੀ ਜਿਹੜੇ ਉਹ ਕਰੈਕਟਰ ਦੁੱਧ ਵਾਲੇ ਅਗਲੀ ਨਸਲ ਦੇ ਵਿੱਚ ਟਰਾਂਸਫਰ ਹੋਣਗੇ। ਸੋ ਜਿਹੜਾ ਅਸੀਂ ਦੁੱਧ ਵਾਸਤੇ ਉਤਪਾਦਨ ਕਰ ਰਹੇ ਹਾਂ ਉਹ ਸਾਨੂੰ ਇਹ ਵੇਖਣਾ ਪਊਗਾ ਜਿਹੜਾ ਬੱਕਰਾ ਅਸੀਂ ਵਰਤ ਰਹੇ ਹਾਂ ਇਹਦੀ ਮਾਂ ਥੱਲੇ ਦੁੱਧ ਕਿੰਨਾ। ਸੋ ਜੇ ਰਹੀ ਗੱਲ ਖੁਰਾਕ ਦੀ, ਉਹੀ ਖੁਰਾਕ ਹੈ, ਵੱਖਰੀ ਖੁਰਾਕ ਕੋਈ ਨਹੀਂ, ਠੀਕ ਹੈ। ਸੋ ਦੁੱਧ ਦੇ ਹਿਸਾਬ ਨਾਲ ਜਿਹੜੀ ਹੈ ਖੁਰਾਕ ਪਾਉਣੀ ਹੈ। ਅਤੇ ਇਸੇ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਹਰਾ ਉਹ ਤਕਰੀਬਨ 3-4 ਕਿਲੋ, ਅਤੇ ਪਾਈਆ ਤੋਂ ਅੱਧਾ ਕਿਲੋ ਜਿਹੜਾ ਦਾਣਾ ਉਹ ਬੱਕਰੀ ਨੂੰ ਪਾਉਣਾ ਚਾਹੀਦਾ। ਕਿਉਂਕਿ ਦੇਖੋ ਦਾਣਾ ਬੇਸ਼ੱਕ ਆਪਾਂ ਜ਼ਿਆਦਾ ਵੀ ਪਾ ਦਈਏ, ਪਰ ਜੇ ਅਸੀਂ ਕਿਸੇ ਚੀਜ਼ ਨੂੰ ਵਾਇਬਲ, ਇਕਨੋਮਿਕਲੀ ਵਾਇਬਲ ਲੈਣਾ, ਜੇ ਕਿਸੇ ਚੀਜ਼ ਤੋਂ ਧੰਦਾ ਬਣਾਉਣਾ ਅਤੇ ਸਾਨੂੰ ਉਹੀ ਖਵਾਉਣਾ ਪਊਗਾ ਜਿਹੜਾ ਉਹ ਵੀ ਰਾਜੀ ਰਹੇ ਅਤੇ ਅਸੀਂ ਵੀ ਰਾਜੀ ਰਹੀਏ। ਅਸੀਂ ਵੀ ਰਾਜੀ ਰਹੀਏ ਮਤਲਬ ਕਿ ਸਾਡਾ ਜਿਹੜਾ 4 ਪੈਸੇ ਸਾਨੂੰ ਵੀ ਬਚਣ। ਸੋ ਇਹ ਫਿਰ ਦੁਬਾਰੇ ਜਿੰਨੇ ਸਾਡੇ ਟ੍ਰੇਨਿੰਗ ਆ ਤੁਹਾਨੂੰ ਮੈਂ ਦੱਸ ਦਿਆਂ ਕਿ ਇਹ ਮਤ ਸੋਚਣਾ ਕਿ ਅਸੀਂ ਇਕੱਲੀ ਖੁਰਾਕ ਪਾ ਕੇ, ਹਾਂ ਖੁਰਾਕ ਪਾਵਾਂਗੇ, ਜੇ ਸਾਡੇ ਕੋਲ ਜੈਨੇਟਿਕ ਪੋਟੈਂਸ਼ੀਅਲ ਹੈਗਾ, ਦੁੱਧ ਦੇਣ ਵਾਲੀ ਬੱਕਰੀ ਹੈਗੀ ਆ, ਜੇ ਅਸੀਂ ਉਹਨੂੰ ਖੁਰਾਕ ਨਹੀਂ ਪਾਉਂਦੇਗੇ ਫਿਰ ਵੀ ਦੁੱਧ ਨਹੀਂ ਮਿਲਣਾਗਾ। ਅਤੇ ਜੇ ਖੁਰਾਕ ਦੇਈ ਜਾਂਦੇ ਆ, ਉਹ ਦੁੱਧ ਦੇਣ ਵਾਲੀ ਬੱਕਰੀ ਦੀ ਨਸਲ ਨਹੀਂ ਹੈਗੀ, ਫਿਰ ਵੀ ਦੁੱਧ ਨਹੀਂ ਮਿਲਣਾਗਾ। ਤਾਂ ਇਹ ਸੀਗੇ ਡਾਕਟਰ ਕੇਵਲ ਅਰੋੜਾ ਜੀ, ਅਸਿਸਟੈਂਟ ਡਾਇਰੈਕਟਰ ਪੋਲਟਰੀ ਸਰਕਲ ਕੋਟਕਪੂਰਾ, ਜਿਨ੍ਹਾਂ ਨੇ ਸਾਡੇ ਨਾਲ ਅੱਜ ਬੱਕਰੀ ਪਾਲਣ ਧੰਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ, ਜੋ ਕਿ ਕਿਸਾਨ ਵੀਰਾਂ ਦੇ ਲਈ ਬਹੁਤ ਹੀ ਲਾਹੇਵੰਦ ਸਹਾਇਕ ਧੰਦਾ ਬਣ ਸਕਦਾ। ਇੱਥੇ ਹੋਰ ਵੀ ਜਿਹੜੇ ਟ੍ਰੇਨਿੰਗ ਲੈਣ ਆਏ ਹੋਏ ਸੀ ਵੀਰ, ਉਹਨਾਂ ਨੇ ਵੀ ਆਪਣੇ ਵਿਊ ਦਿੱਤੇ ਨੇ, ਉਹਨਾਂ ਨੂੰ ਅੱਜ ਸਰਟੀਫਿਕੇਟ ਵੀ ਜਿਹੜੇ ਆ ਦਿੱਤੇ ਗਏ ਨੇ ਡਾਇਰੈਕਟਰ ਸਾਹਿਬ ਵੱਲੋਂ। ਕੈਮਰਾਮੈਨ ਜਪਨੀਤ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ, ਜ਼ਿੰਦਾਬਾਦ ਚੈਨਲ, ਫਰੀਦਕੋਟ।